ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਨੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿਚਕਾਰ ਸਾਡੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਦਰਸ਼ਕੋ, ਆਓ ਬਨੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਕੋਲ ਆਏ ਹਾਂ। ਸਿੱਖ ਇਤਿਹਾਸ, ਗੁਰਬਾਣੀ ਅਤੇ ਦੁਨੀਆ ਭਰ ਦੇ ਵਿਚਕਾਰ ਜਿਹੜੇ ਸਿੱਖਾਂ ਨੇ ਆਪਣੇ ਸਿੱਖ ਸਰੂਪ ਨੂੰ ਰੱਖ ਕੇ ਸ਼ਹਾਰਤ ਔਰ ਮਹਾਰਤ ਹਾਸਲ ਕੀਤੀ ਹੈ, ਉਸ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ। ਚਾਹੇ ਸਾਡੇ ਜਿਹੜੇ ਪਾਰਟਿਸਪੈਂਟਸ ਨੇ, ਜਿਹੜੇ ਇਹਦੇ ਭਾਗ ਲੈ ਰਹੇ ਨੇ, ਉਹ ਇਹਦਾ ਇੱਕ ਮਾਧਿਅਮ ਨੇ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਤੱਕ ਇਹ ਜਾਣਕਾਰੀ ਵੱਧ ਤੋਂ ਵੱਧ ਪਹੁੰਚੇ। ਅੱਜ ਦਾ ਅਸੀਂ ਵਿਸ਼ੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਪਿਓਰ ਦੁਨੀਆ ਭਰ ਦੇ ਅੰਦਰ ਜਿਹੜੀਆਂ ਸਾਡੀ ਵਿਸ਼ਵ ਪੱਧਰੀ ਸੰਸਥਾਵਾਂ ਨੇ, ਇਹਨਾਂ ਨੇ ਇੰਟਰਨੈਸ਼ਨਲ ਵੂਮਨ ਡੇ ਮਨਾਉਣ ਦਾ ਇੱਕ ਐਸਾ ਉਪਰਾਲਾ ਕੀਤਾ ਹੈ। ਬੜਾ ਅੱਛਾ ਕਾਰਜ ਹੈ। ਜਿਸ ਔਰਤ ਨੂੰ ਭਾਰਤੀ ਸਮਾਜ ਦੇ ਅੰਦਰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਤਿਰਸਕਾਰਿਆ ਜਾਂਦਾ ਸੀ, ਉਸ ਔਰਤ ਨੂੰ ਮਾਣ ਸਤਿਕਾਰ ਦੀ ਕਿਤਨੀ ਲੋੜ ਹੈ। ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਅੱਜ ਤੋਂ 550 ਸਾਲ ਪਹਿਲਾਂ ਜੋ ਵਿਚਾਰਧਾਰਾ ਨੂੰ ਦਿੱਤੀ ਸੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਿਹੜੀ ਰਾਜੇ ਨੂੰ ਜਨਮ ਦਿੰਦੀ ਹੈ, ਅਸੀਂ ਰਾਜੇ ਨੂੰ ਤੇ ਮੱਥੇ ਟੇਕਦੇ ਹਾਂ, ਲੇਕਿਨ ਜਿਹੜੀ ਉਸ ਨੂੰ ਜਨਮ ਦੇਣ ਵਾਲੀ ਜਨਨੀ ਹੈ, ਉਸ ਦਾ ਸਤਿਕਾਰ ਨਹੀਂ ਕਰਦੇ। ਸੱਚ ਜਾਣਿਓ, ਜੇ ਔਰਤ ਜਿਹੜੀ ਹੈ ਇਹ ਸਮਾਜ ਵਿੱਚ ਨਾ ਹੋਵੇ ਤੇ ਦੁਨੀਆ ਦਾ ਕੋਈ ਰਿਸ਼ਤਾ ਹੀ ਨਾ ਹੋਵੇ। ਮਗਰ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿੰਨਾ ਕੁ ਸਤਿਕਾਰ ਉਹਨਾਂ ਨੂੰ ਦੇ ਪਾਏ ਹਾਂ। ਲੇਕਿਨ ਇਹ ਵੀ ਨਕਾਰਾਤਮਕ ਗੱਲ ਨਹੀਂ ਕਿ ਉਹਨਾਂ ਲਈ ਨਹੀਂ ਕੁਝ ਹੋਇਆ, ਬਹੁਤ ਕੁਝ ਹੋ ਰਿਹਾ ਹੈ, ਸੋਚ ਬਦਲ ਰਹੀ ਹੈ, ਲੇਕਿਨ ਅਜੇ ਹੋਰ ਸੋਚ ਬਦਲਣ ਦੀ ਲੋੜ ਹੈ। ਆਓ ਬਨੀਏ ਗੁਰਸਿੱਖ ਪਿਆਰਾ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਸੰਦੇਸ਼ ਦੇ ਰਿਹਾ ਹੈ। ਆਓ ਰਲ ਕੇ ਔਰਤ ਦਾ ਸਨਮਾਨ ਕਰੀਏ। ਸੋ ਅੱਜ ਅਸੀਂ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜੈਦੀਪ ਕੌਰ ਜੀ, ਨਾਗਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਜੈਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਦੀਪ ਕੌਰ ਜੀ, ਤੁਹਾਨੂੰ ਰੂਲ ਦੱਸਦੇ ਗਏ ਸਨ। ਹੁਣ ਅਸੀਂ ਪ੍ਰਸ਼ਨਾਂ ਦੀ ਲੜੀ ਤੁਹਾਡੇ ਨਾਲ ਪਿਛਲੇ ਹਫ਼ਤੇ ਸ਼ੁਰੂ ਕਰਨੀ ਸੀ, ਇਸ ਕਰਕੇ ਹੁਣ ਤੁਸੀਂ ਉਹਦੇ ਵਾਸਤੇ ਤਿਆਰ ਹੋ ਤੇ ਪ੍ਰਸ਼ਨ ਸ਼ੁਰੂ ਕਰੀਏ। ਜੀ ਸਰ। ਆਓ ਬਨੀਏ ਗੁਰਸਿੱਖ ਪਿਆਰਾ ਦੇ ਇਸ ਪ੍ਰੋਗਰਾਮ ਦੇ ਪ੍ਰਤੀਯੋਗਤਾ ਦਾ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ। ਗੁਰਬਾਣੀ ਦੇ ਪ੍ਰਚਾਰ ਲਈ ਨੈਤਿਕ ਤੌਰ ਤੇ ਕੌਣ ਪਾਬੰਦ ਹੈ? ਹੂ ਇਜ਼ ਮੋਰਲੀ ਬਾਉਂਡ ਫॉर ਪ੍ਰਚਾਰ ਆਫ ਗੁਰਬਾਣੀ? ਏ ਜਥੇਦਾਰ ਸ੍ਰੀ ਅਕਾਲ ਤਖਤ, ਬੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ, ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਡੀ ਹਰ ਸਿੱਖ। ਡੀ ਹਰ ਸਿੱਖ। ਆਪਸ਼ਨ ਡੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਉੱਤਰ ਤੁਹਾਡਾ ਬਿਲਕੁਲ ਠੀਕ ਹੈ। ਕਿਸੇ ਵਿਅਕਤੀ ਜਾਂ ਸੰਸਥਾ ਦੀ ਗੱਲ ਨਹੀਂ, ਹਰ ਗੁਰਸਿੱਖ ਦਾ ਫਰਜ਼ ਹੈ ਕਿ ਉਹ ਪ੍ਰਚਾਰ ਲਈ, ਗੁਰਬਾਣੀ ਦੇ ਲਈ ਨੈਤਿਕ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰੇ। ਤਾਂ ਬਹੁਤ ਅੱਛਾ ਖੇਲਣਾ ਸ਼ੁਰੂ ਕੀਤਾ ਹੈ ਪ੍ਰਤੀਯੋਗਤਾ 'ਚ, ਅੱਗੇ ਵੀ ਇੱਦਾਂ ਹੀ ਖੇਲੋ। ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ। ਸ੍ਰੀ ਗੁਰੂ ਰਾਮਦਾਸ ਜੀ ਦੇ ਵਿਆਹ ਸਮੇਂ ਕਿੰਨੀ ਉਮਰ ਸੀ? ਹਾਊ ਓਲਡ ਵਾਸ ਗੁਰੂ ਰਾਮਦਾਸ ਐਟ ਦੀ ਟਾਈਮ ਆਫ ਮੈਰਿਜ? ਤੁਹਾਡੀਆਂ ਆਪਸ਼ਨਸ ਨੇ ਏ 15 ਸਾਲ, ਬੀ 18 ਸਾਲ, ਸੀ 19 ਸਾਲ, ਡੀ 16 ਸਾਲ। ਆਪਸ਼ਨ ਸੀ 19 ਸਾਲ। ਆਪਸ਼ਨ ਸੀ ਨੂੰ ਲੌਕ ਕਰਕੇ ਦੇਖਦੇ ਹਾਂ ਤੁਹਾਡਾ ਉੱਤਰ ਕਿੰਨਾ ਕੁ ਠੀਕ ਹੈ। ਬਿਲਕੁਲ ਠੀਕ, 19 ਸਾਲ ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਜਦੋਂ ਆਨੰਦ ਕਾਰਜ ਹੋਇਆ ਉਹ 19 ਸਾਲ ਦੇ ਸਨ। तो ਅੱਗੇ ਵਧਾਂਗੇ ਤੀਸਰੇ ਪ੍ਰਸ਼ਨ ਵੱਲ। ਆਡੀਓ ਕੁਐਸਚਨ, ਯਾਨੀ ਕਿ ਹੁਣ ਆਪ ਜੀ ਨੂੰ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚੋਂ ਆਪ ਜੀ ਨੂੰ ਇੱਕ ਸ਼ਲੋਕ ਦੀ ਤੁਕ ਸੁਣਾਈ ਜਾਏਗੀ। ਅਗਲੀ ਤੁਕ ਆਪ ਜੀ ਨੇ ਪੂਰੀ ਕਰਨੀ ਹੈ। ਸੋ ਆਪ ਤਿਆਰ ਹੋ? ਸ਼ੁਰੂ ਕਰੀਏ। ਜੀ ਸਰ। ਆਡੀਓ ਕਲਿਪ ਔਨ ਕੀਤੀ ਜਾਵੇ। ਢੂੰਡਤ ਡੋਲੇ ਅੰਧਗਤ ਅਰ ਚੀਨਤ ਨਹੀਂ ਸੰਤ, ਕਹਿ ਨਾਮਾ ਕਿਉ ਪਾਈਏ ਬਿਨ ਭਗਤੋ ਭਗਵੰਤ। ਮੈਂ ਜੈਦੀਪ ਕੌਰ ਜੀ ਤੁਹਾਨੂੰ ਬੇਨਤੀ ਕਰਾਂਗਾ, ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਕਿਰਪਾ ਕਰਕੇ ਸਾਡੇ ਦਰਸ਼ਕਾਂ ਨੂੰ, ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ
ਇਸ ਪੂਰੀ ਤੁਕ ਨੂੰ ਆਪ ਜੀ ਜਿਹੜੀ ਹੈ ਕੰਪਲੀਟ ਕੀਤੀ, ਆਪਣੀ ਮధుਰ ਆਵਾਜ਼ ਦੇ ਵਿਚਕਾਰ ਸੁਣਾ ਦਿਓ ਜੀ। ढूंढत डोले अंधगत अरचीनत नहीं संत, कहनामा क्यों पाइए बिन भगतो भगवंत। ਬਿਲਕੁਲ ਠੀਕ, ਤੁਸੀਂ ਉੱਤਰ ਠੀਕ ਦਿੱਤਾ ਔਰ ਆਪਣੀ ਆਵਾਜ਼ ਦੇ ਵਿਚਕਾਰ ਸਾਡੇ ਵਿਊਅਰਸ ਨੂੰ ਪੜ੍ਹ ਕੇ ਵੀ ਸੁਣਾਤਾ, ਬਹੁਤ ਅੱਛਾ ਲੱਗਾ। ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਜਿਹੜਾ ਉਜਾਗਰ ਕੀਤਾ ਹੋਇਆ ਸ਼ਬਦ ਹੈ ਉਹ ਹੈ ਪਾਰਾਵਾਰ। ਇਹਦੀਆਂ ਆਪਸ਼ਨਸ ਨੇ, ਏ ਪਰਿਵਾਰ, ऑप्शन बी बना बियॉन्ड द लिमिट। ਆਪਸ਼ਨ ਬੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਸੀਂ ਉੱਤਰ ਠੀਕ ਦਿੱਤਾ। ਸਮਾਂ ਰਹਿੰਦਾ ਸੀ ਲੇਕਿਨ ਤੁਸੀਂ ਬਹੁਤ ਤਿਆਰੀ ਕੀਤੀ ਹੋਈ ਲੱਗਦਾ ਪਿਆ, ਤੋ ਦੇਖਦੇ ਹਾਂ ਉੱਤਰ ਤੁਹਾਡਾ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਉੱਤਰ ਹੈ ਤੁਹਾਡਾ, ਬੰਨਾ ਯਾਨੀ ਗੋ ਬਿਯੋਂਡ ਦ ਲਿਮਿਟ। ਇੱਥੇ ਪਾਰਾਵਾਰ ਸ਼ਬਦ ਦਾ ਅਰਥ ਬੰਨਾ ਜਿਹੜਾ ਹੈ ਉਹ ਬਿਲਕੁਲ ਠੀਕ ਹੈ। ਅੱਗੇ ਵਧਾਂਗੇ ਪੰਜਵਾਂ ਪ੍ਰਸ਼ਨ ਯਾਨੀ ਕਿ ਇਸ ਹਿੱਸੇ ਦਾ ਆਖਰੀ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਸਿੱਖ ਅਚੀਵਰ ਦੀ ਪਹਿਚਾਣ ਕਰੋ। ਹੁਣ ਤੁਹਾਨੂੰ ਇੱਕ ਚਿੱਤਰ ਦਿਖਾਇਆ ਜਾਣਾ ਹੈ, ਉਸ ਚਿੱਤਰ ਨੂੰ ਪਹਿਚਾਣ ਕਰਨੀ ਹੈ ਕਿ ਬਈ ਉਹ ਕਿਹਨਾਂ ਦਾ ਚਿੱਤਰ ਹੈ। ਚਿੱਤਰ ਤੁਹਾਡੀ ਸਕਰੀਨ ਤੇ। ਏ ਮੋਹਨ ਸਿੰਘ, ਬੀ ਸੁਰਿੰਦਰ ਸਿੰਘ, ਸੀ ਇਕਬਾਲ ਸਿੰਘ, ਡੀ ਕੁਲਜੀਤ ਸਿੰਘ। ऑप्शन ए मोहन सिंह। ਆਪਸ਼ਨ ਏ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਆਪ ਜੀ ਦਾ ਉੱਤਰ ਠੀਕ ਹੈ ਕਿ ਨਹੀਂ। ਦੇਖਦੇ ਹਾਂ, ਬਿਲਕੁਲ ਠੀਕ ਉੱਤਰ ਹੈ ਤੁਹਾਡਾ। ਇਹਨਾਂ ਬਾਰੇ ਕੁਝ ਜਾਣਦੇ ਹੋ? ਮੋਹਨ ਸਿੰਘ ਜੀ ਸਾਡੀ ਇੰਡੀਅਨ ਆਰਮੀ ਦੇ ਫਰਸਟ ਜਨਰਲ ਸੀਗੇ। ਜੀ, ਸਾਰੇ ਸੁਭਾਸ਼ ਚੰਦਰ ਬੋਸ ਜੀ ਨੂੰ ਜਾਣਦੇ ਆ, ਪਰ ਮੋਹਨ ਸਿੰਘ ਜੀ ਨੂੰ ਬਹੁਤ ਘੱਟ ਲੋਕ ਜਾਣਦੇ ਆ। the forgotten Sikh hero who was the founder of Indian National Army and also an Indian military officer। Indian National Army ਜਿਹੜੀ ਹੈ, ਜਿਸ ਨੇ ਦੁਨੀਆ ਦੇ ਇਤਿਹਾਸ ਦੇ ਵਿਚਕਾਰ ਆਪਣਾ ਨਾਮ ਦਰਜ ਕੀਤਾ ਸੀ, ਜਿਨ੍ਹਾਂ ਦੀ ਪਹਿਚਾਣ ਸੁਭਾਸ਼ ਚੰਦਰ ਬੋਸ ਜੀ ਕਰਕੇ ਜਾਣੀ ਜਾਂਦੀ ਹੈ, ਸਾਡੇ ਦੇਸ਼ ਦੇ ਨੇਤਾ ਦੀ। ਲੇਕਿਨ ਕਿਸੇ ਨੂੰ ਨਹੀਂ ਪਤਾ ਉਸ ਦੀ ਬੁਨਿਆਦ ਦੇ ਵਿਚਕਾਰ ਕਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਖੂਨ ਦਾ ਕਤਰਾ ਪਾ ਕੇ ਉਹਨੂੰ ਮਜ਼ਬੂਤ ਕੀਤਾ ਸੀ। ਉਹ ਸਨ ਮੋਹਨ ਸਿੰਘ ਜੀ। ਅਸੀਂ ਸੈਲਿਊਟ ਕਰਦੇ ਹਾਂ ਉਸ ਸ਼ਖਸੀਅਤ ਨੂੰ ਜਿਨ੍ਹਾਂ ਕਿ ਭਾਰਤ ਦੇ ਇਸ ਸੰਗਰਾਮ ਨੂੰ ਕਿਵੇਂ ਆਪਣੇ ਆਪਣੀ ਸ਼ਕਤੀ ਦੇ ਨਾਲ ਉਸ ਨੇ ਪੈਦਾ ਕੀਤਾ ਔਰ ਦੁਨੀਆ ਦੇ ਲੋਕਾਂ ਨੂੰ ਇਕੱਠਾ ਕਰ ਦਿੱਤਾ। ਔਰ ਭਾਰਤ ਦੀ ਜਿਹੜੀ ਆਜ਼ਾਦੀ ਹੈ, ਇਸ ਲਈ ਵਿਚਕਾਰ ਜਿੱਥੇ ਸਾਰੇ ਮੂਵਮੈਂਟਸ ਨੇ ਆਪਣਾ ਹਿੱਸਾ ਪਾਇਆ, ਇਸ ਮੂਵਮੈਂਟ ਨੇ ਵੀ ਬੜਾ ਕੀਮਤੀ ਹਿੱਸਾ ਪਾ ਕੇ ਮੁਲਕ ਦੀ ਆਜ਼ਾਦੀ ਸਾਡੇ ਝੋਲੀ 'ਚ ਪਾਈ ਹੈ। ਸੋ ਹੁਣ ਅੱਗੇ ਵਧਾਂਗੇ। ਆਪ ਜੀ ਨੇ ਪਹਿਲਾ ਜਿਹੜਾ ਲੈਵਲ ਹੈ ਉਹਨੂੰ ਕ੍ਰਾਸ ਕਰ ਲਿਆ, ਤੁਹਾਨੂੰ ਮੁਬਾਰਕ ਹੈ ਸਾਡੀ ਟੀਮ ਵੱਲੋਂ। ਔਰ ਅਗਲੇ ਲੈਵਲ 'ਚ ਅਸੀਂ ਪ੍ਰਵੇਸ਼ ਕਰਨ ਜਾ ਰਹੇ ਹਾਂ ਔਰ ਉਸ ਲੈਵਲ 'ਚ ਪ੍ਰਵੇਸ਼ ਕਰਨ ਲੱਗਿਆ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਤੁਹਾਡਾ ਸਮਾਂ ਵੱਧ ਗਿਆ ਹੁਣ 45 ਤੋਂ 60 ਸੈਕਿੰਡ ਔਰ ਇੱਕ ਲਾਈਫ ਲਾਈਨ ਤੁਹਾਡੀ ਹੋਰ ਵੀ ਜੁੜ ਗਈ ਹੈ ਜਿਹੜੀ ਹੈ 50-50। ਹੁਣ ਤੁਸੀਂ ਉਹ ਵੀ ਲੈ ਸਕਦੇ ਹੋ। ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ। 6ਵਾਂ ਪ੍ਰਸ਼ਨ ਤੁਹਾਡੀ ਸਕਰੀਨ ਤੇ। ਪ੍ਰੋਫੈਸਰ ਗੁਰਮੁਖ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ? ਬੜਾ ਸਿੰਪਲ ਸਵਾਲ ਹੈ, ਦੇਖਦੇ ਹਾਂ ਤੁਹਾਨੂੰ ਪਤਾ ਹੈ ਕਿ ਨਹੀਂ। ਏ 1845, ਬੀ 1846, ਸੀ 1843, ਡੀ 1849। 1845, 1846, 1843, 1849। सर मैं लाइफ लाइन लेना चाहूँगी। ਕਿਹੜੀ ਲਾਈਫ ਲਾਈਨ ਲੈਣਾ ਚਾਹੋਗੇ? एक्सपर्ट एडवाइस। ਐਕਸਪਰਟ ਐਡਵਾਈਸ ਲੈਣਾ ਚਾਹੋਗੇ। ਸੋ ਐਕਸਪਰਟ ਐਡਵਾਈਸ ਵਾਸਤੇ ਅੱਜ ਸਾਡੇ ਨਾਲ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਜੁੜੇ ਹੋਏ ਨੇ। ਸੋ ਆਪ ਜੀ ਦੇਖ ਰਹੇ ਹੋ ਨਾਗਪੁਰ ਤੋਂ ਸਾਡੇ ਨਾਲ ਇਹ ਪ੍ਰਤੀਯੋਗੀ ਜੁੜੇ ਹੋਏ ਨੇ ਔਰ ਇਹਨਾਂ ਨੂੰ ਤੁਹਾਡੀ ਐਡਵਾਈਸ ਦੀ ਲੋੜ ਹੈ। ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ ਕਿ ਇਹ ਕਿਹੜੀ ਆਪਸ਼ਨ ਨਾਲ ਜਾਣ, A, B, C, D ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਦੀਪ ਕੌਰ ਜੀ, ਤੁਸੀਂ D 1849 ਨਾਲ ਜਾ ਸਕਦੇ ਹੋ, 1849। ਪ੍ਰੋਫੈਸਰ ਸਾਹਿਬ ਦਾ ਜਨਮ ਇਸ ਸੰਨ ਨੂੰ ਹੋਇਆ ਸੀ
ਇਹ ਬਿਲਕੁਲ ਠੀਕ ਉੱਤਰ ਹੈ, ਤੁਸੀਂ ਇਹਨੂੰ ਚੁਣ ਸਕਦੇ ਹੋ। ਭਾਈ ਸਾਹਿਬ, ਭਾਈ ਹਰਨਾਮ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਕਹਿੰਦੇ ਨੇ ਕਿ ਆਪ ਜੀ ਨੂੰ ਆਪਸ਼ਨ ਡੀ ਯਾਨੀ ਕਿ 1849 ਯਾਨੀ ਕਿ 1849 ਨਾਲ ਜਾਣਾ ਚਾਹੀਦਾ ਹੈ। ਕੀ ਆਪ ਜੀ ਉਹਨਾਂ ਨਾਲ ਸਹਿਮਤ ਹੋ? ਬਿਲਕੁਲ ਸਰ ਜੀ, 1849 ਉਹਨਾਂ ਦੀ ਐਡਵਾਈਸ ਨਾਲ ਹੀ ਮੈਂ ਜਾਵਾਂਗੀ। ਬਿਲਕੁਲ ਠੀਕ ਹੈ, ਤੇ ਤੁਹਾਡਾ ਔਰ ਮੇਰਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਨਹੀਂ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਮੈਂ ਇਸ ਕੁਐਸਚਨ ਦੇ ਵਿੱਚ ਬਹੁਤ ਕਨਫਿਊਜ਼ ਹੋ ਗਈ ਸੀ। ਮੈਂ ਜਿੱਥੇ ਪੜ੍ਹਿਆ ਸੀ ਉੱਥੇ 1847 ਸੀਗਾ, ਤੇ ਇੱਥੇ ਆਪਸ਼ਨ ਵਿੱਚ 1847 ਨਹੀਂ ਸੀ, ਤਾਂ ਮੈਂ ਕਨਫਿਊਜ਼ ਹੋ ਗਈ ਸੀ। ਸੋ ਕਨਫਿਊਜ਼ਨ ਤੋਂ ਬਾਹਰ ਆ ਗਏ ਤੁਸੀਂ, ਉਹਨਾਂ ਨੇ ਤੁਹਾਨੂੰ ਕੱਢ ਦਿੱਤਾ। ਤੋ ਸਿੰਘ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇਸ ਪ੍ਰਤੀਯੋਗਤਾ ਦੇ ਵਿੱਚ ਇਸ ਪ੍ਰਤੀਯੋਗੀ ਨੂੰ ਅੱਗੇ ਤੋਰਿਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਇੱਦਾਂ ਹੀ ਸਾਨੂੰ ਅਸੀਸਾਂ ਬਖਸ਼ੀ ਰੱਖੋ ਔਰ ਇਸ ਪ੍ਰੋਗਰਾਮ ਨਾਲ ਜੁੜੇ ਰਹੋ ਔਰ ਸਹਿਯੋਗ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅੱਗੇ ਵਧਾਂਗੇ, ਲੇਕਿਨ ਦਰਸ਼ਕੋ ਇੱਥੇ ਅਸੀਂ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਦੇ ਵਿਚਕਾਰ ਵਿਓਰ ਤੁਸੀਂ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਦਾ ਘਰ ਬੈਠੇ ਹੀ ਹਿੱਸਾ ਬਣ ਸਕਦੇ ਹੋ। ਉਹ ਇੱਕ ਪ੍ਰਸ਼ਨ ਸਕਰੀਨ ਤੇ ਆਏਗਾ, ਉਸ ਪ੍ਰਸ਼ਨ ਦਾ ਉੱਤਰ ਸਕਰੀਨ ਤੇ ਦਿੱਤੇ ਮਾਧਿਅਮ ਰਾਹੀਂ ਆਪ ਜੀ ਨੇ ਭੇਜਣਾ ਹੈ, ਔਰ ਜਿਹੜੇ ਪਹਿਲੇ ਉੱਤਰ 15 ਲੋਕ ਠੀਕ ਦੇਣਗੇ ਉਹਨਾਂ ਦਾ ਨਾਮ, ਉਹਨਾਂ ਦੀ ਫੋਟੋ ਔਰ ਉਹਨਾਂ ਦੇ ਸ਼ਹਿਰ ਦਾ ਨਾਮ ਉਸ ਦੇ ਉੱਤੇ ਦਿਖਾਇਆ ਜਾਏਗਾ ਅਗਲੇ ਹਫਤੇ ਦੇ ਪ੍ਰੋਗਰਾਮ 'ਚ। तो जल्दी ਇਹਦਾ ਹਿੱਸਾ ਬਣੋ ਔਰ ਉੱਤਰ ਜਵਾਬ ਦਿਓ। ਔਰ ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਵੀਰ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗੀ ਨੂੰ ਅੱਗੇ ਚਲਾਉਣਗੇ। ਸੋ ਜੈਦੀਪ ਕੌਰ ਜੀ, ਇਸ ਤਰ੍ਹਾਂ ਹੀ ਜੁੜੇ ਰਹੋ ਔਰ ਵਿਓਰ ਕਿਤੇ ਜਾਇਓ ਨਾ। ਬੜੇ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਆ ਰਹੇ ਹਾਂ ਆਪ ਜੀ ਦੇ ਪ੍ਰੋਗਰਾਮ ਦਾ ਅਗਲਾ ਹਿੱਸਾ ਲੈ ਕੇ। ਆਓ ਬਣੀਏ ਗੁਰਸਿੱਖ ਪਿਆਰਾ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ। ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ, ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। समीर, Wow! Just point and move. स्पेशलिस्ट एलईडी टीवी, स्मार्ट फीचर्स के साथ। महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today's audience question is, what is the name of only Gurdwara in Ukraine and where it is located? ਆਪ ਜੀ ਆਪਣੇ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। ਵੈਲਕਮ ਬੈਕ। ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 25ਵੇਂ ਸੀਜ਼ਨ ਦੇ ਸੈਕੰਡ ਐਪੀਸੋਡ ਵਿੱਚ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲੇ ਮੇਰੇ ਕੋ ਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਜੈਦੀਪ ਕੌਰ ਜੀ ਦੇ ਨਾਲ ਗੇਮ ਪਲੇ ਕਰ ਰਹੇ ਸਨ। ਇਹਨਾਂ ਨੇ 6 ਕੁਐਸਚਨਸ ਦੇ ਠੀਕ ਜਵਾਬ ਦੇ ਦਿੱਤੇ ਸਨ ਤੇ ਇੱਕ ਲਾਈਫ ਲਾਈਨ ਐਕਸਪਰਟ ਐਡਵਾਈਸ ਦੀ ਯੂਜ਼ ਕਰ ਲਈ ਸੀ। ਸੋ ਆਓ ਜਦੀਪ ਕੌਰ ਜੀ, ਆਪ ਜੀ ਰੈਡੀ ਹੋ? ਜੀ ਸਰ। ਸੋ 7th ਕੁਐਸਚਨ ਹੁਣ ਆਪ ਜੀ ਲਈ ਸਕਰੀਨ ਤੇ ਆ ਰਿਹਾ, ਪਲੀਜ਼।
ਗੁਰੂ ਕਾਲ ਵਿੱਚ ਹੇਠਾਂ ਲਿਖੇ ਵਿੱਚੋਂ ਕੀਰਤਨ ਵੇਲੇ ਕਿਹੜਾ ਸਾਜ਼ ਇਸਤੇਮਾਲ ਨਹੀਂ ਹੁੰਦਾ ਸੀ? ਆਪ ਜੀ ਦੇ ਆਪਸ਼ਨਸ ਹੁਣ ਸਕਰੀਨ ਤੇ। ਏ ਹਾਰਮੋਨੀਅਮ, ਬੀ ਰਬਾਬ, ਸੀ ਸਿਤਾਰ ਜਾਂ ਡੀ ਬਾਂਸਰੀ। ਹਾਰਮੋਨੀਅਮ, ਰਬਾਬ, ਸਿਤਾਰ, ਫਲੂਟ ਕਿਹੜਾ ਨਹੀਂ ਹੁੰਦਾ ਸੀ? सर ऑप्शन ए हारमोनियम। ਆਪਸ਼ਨ ਏ ਹਾਰਮੋਨੀਅਮ ਨਾਲ ਆਪ ਜੀ ਜਾਣਾ ਚਾਹੁੰਦੇ ਹੋ? ਫਾਈਨਲ ਆਨਸਰ ਹੈ ਆਪ ਜੀ ਦਾ? जी सर। ਸੋਚ ਲਿਆ ਧਿਆਨ ਦੇ ਨਾਲ? हाँ जी सर। ਦੇਖਦੇ ਹਾਂ ਜੀ, ਏ ਨੂੰ ਲੌਕ ਕੀਤਾ ਜਾਵੇ ਜੀ ਪਲੀਜ਼। ਇਹ ਆਪਸ਼ਨ ਨੂੰ ਅਸੀਂ ਲੌਕ ਕੀਤਾ ਤੇ ਜਦੀਪ ਕੌਰ ਜੀ ਦਾ ਜਵਾਬ ਵੀ ਬਿਲਕੁਲ ਠੀਕ ਹੋ ਗਿਆ ਹੈ ਔਰ ਉਹ ਪ੍ਰੋਸੀਡ ਕਰ ਗਏ ਹਨ 8th ਕੁਐਸਚਨ ਵੱਲ, ਜਿਹੜਾ ਕਿ ਉਹਨਾਂ ਨੂੰ ਟਾਈਟਲ ਦਿਵਾਉਣ ਦੇ ਬਿਲਕੁਲ ਨਜ਼ਦੀਕ ਪੁੱਜਦਾ ਨਜ਼ਰ ਆਉਂਦਾ ਹੈ। ਸੋ ਲੋ ਜੀ 8th ਕੁਐਸਚਨ ਹੁਣ ਸਰਦਾਰਨੀ ਜਦੀਪ ਕੌਰ ਜੀ ਲਈ ਉਹਨਾਂ ਦੀ ਸਕਰੀਨ ਤੇ। ਇਟਸ ਐਨ ਆਡੀਓ ਕੁਐਸਚਨ। ਆਈਡੈਂਟੀਫਾਈ ਦਾ ਰਾਗੀ ਸਿੰਘ ਜੀ। ਰਾਗੀ ਸਿੰਘ ਜੀ ਦੀ ਪਛਾਣ ਕਰੋ। ਆਡੀਓ ਪਲੇ ਕੀਤਾ ਜਾਵੇ ਜੀ। ਮਿਲ ਮੇਰੇ ਪ੍ਰੀਤਮਾ ਜਿਓ ਤੁਧ ਬਿਨ ਖਰੀ ਨਿਮਾਣੀ ਤੁਧ ਬਿਨ ਖਰੀ। ਆਪ ਜੀ ਦੇ ਲਈ ਆਪਸ਼ਨਸ ਆ ਗਏ ਹਨ। ਭਾਈ ਕੁਲਤਾਰ ਸਿੰਘ ਜੀ, ਬੀ ਭਾਈ ਦਲਬੀਰ ਸਿੰਘ ਜੀ, ਸੀ ਭਾਈ ਸਤਿੰਦਰਬੀਰ ਸਿੰਘ ਜੀ ਜਾਂ ਡੀ ਭਾਈ ਹਰਨਾਮ ਸਿੰਘ ਜੀ। ਕਿਹੜੇ ਆਪਸ਼ਨ ਨਾਲ ਆਪ ਜੀ ਜਾਣਾ ਚਾਹੋਗੇ? ਕਿਹੜਾ ਜਵਾਬ ਆਪ ਜੀ ਨੂੰ ਠੀਕ ਲੱਗਦਾ ਹੈ? सर मैं लाइफ लाइन लेना चाहूँगी। ਲਾਈਫ ਲਾਈਨ ਲੈਣਾ ਚਾਹੁੰਦੇ ਹੋ? ਆਪ ਜੀ ਦੀ 50-50 ਦੀ ਲਾਈਫ ਲਾਈਨ ਰਹਿ ਗਈ ਹੈ। ਤੋ ਅਸੀਂ ਕੰਪਿਊਟਰ ਜੀ ਨੂੰ ਰਿਕੁਐਸਟ ਕਰਦੇ ਹਾਂ ਕਿ ਉਹ ਦੋ ਗਲਤ ਆਪਸ਼ਨਸ ਆਪ ਜੀ ਦੇ ਸਾਹਮਣੇ ਹਟਾ ਦੇਣ ਤਾਂ ਕਿ ਆਪ ਜੀ ਰਹਿੰਦੇ ਦੋ ਆਪਸ਼ਨਸ ਦੇ ਵਿੱਚੋਂ ਸਿਲੈਕਟ ਕਰ ਸਕੋ। ਜਦੀਪ ਕੌਰ ਜੀ, ਦੋ ਆਪਸ਼ਨਸ ਆਪ ਜੀ ਦੇ ਸਾਹਮਣੇ ਹੁਣ ਰਹਿ ਗਏ ਹਨ, ਬੀ ਐਂਡ ਸੀ। ਭਾਈ ਦਲਬੀਰ ਸਿੰਘ ਜੀ ਔਰ ਸੀ ਭਾਈ ਸਤਿੰਦਰਬੀਰ ਸਿੰਘ ਜੀ। ਕਿਹੜੇ ਆਪਸ਼ਨ ਨਾਲ ਆਪ ਜੀ ਜਾਣਾ ਚਾਹੁੰਦੇ ਹੋ? सर ऑप्शन सी भाई सतिंदरबीर सिंह जी। ਭਾਈ ਸਤਿੰਦਰਬੀਰ ਸਿੰਘ ਜੀ ਅਸੀਂ ਛੇਤੀ ਦੇ ਨਾਲ ਲੌਕ ਕਰਦੇ ਹਾਂ। ਆਪ ਜੀ ਦੇ ਦਿੱਤੇ ਆਨਸਰ ਦੇ ਮੁਤਾਬਿਕ ਸੀ ਆਪਸ਼ਨ ਨੂੰ ਲੌਕ ਕੀਤਾ ਗਿਆ ਔਰ ਆਪ ਜੀ ਦਾ ਇਹ ਜਵਾਬ ਬਿਲਕੁਲ ਠੀਕ ਹੋ ਗਿਆ ਹੈ। ਬਹੁਤ ਬਹੁਤ ਵਧੀਆ ਆਪ ਜੀ ਪਲੇ ਕਰ ਰਹੇ ਹੋ। ਤੇ ਵਧਾਂਗੇ ਅਸੀਂ 9th ਕੁਐਸਚਨ ਆਫ ਦੀ ਗੇਮ ਵੱਲ, ਜਿਹੜਾ ਕਿ ਹੁਣ ਆਪ ਜੀ ਨੂੰ ਟਾਈਟਲ ਵਿਨ ਕਰਾ ਸਕਦਾ ਹੈ ਅਗਰ ਆਪ ਜੀ ਇਸ ਦਾ ਜਵਾਬ ਠੀਕ ਦੇ ਸਕੋਗੇ। ਆਪ ਜੀ ਦੀਆਂ ਦੋਨੋਂ ਲਾਈਫ ਲਾਈਨ ਯੂਜ਼ ਹੋ ਗਈਆਂ ਹਨ। ਅਸੀਂ ਵਿਸ਼ ਕਰਦੇ ਹਾਂ ਔਰ ਸਾਡੇ ਸਾਰੇ ਦਰਸ਼ਕ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਵਿਊ ਕਰ ਰਹੇ ਨੇ ਇਸ ਸ਼ੋਅ ਨੂੰ, ਉਹ ਆਪ ਜੀ ਦੇ ਲਈ ਗੁੱਡ ਵਿਸ਼ੇਸ ਦੇ ਰਹੇ ਹਨ। ਅਸੀਂ ਉਮੀਦ ਕਰਦੇ ਹਾਂ। 9th ਕੁਐਸਚਨ ਆਪ ਜੀ ਲਈ ਔਨ ਸਕਰੀਨ ਤੇ। Who was appointed as the commanding officer of the first Rafale squadron? ਕਿਸ ਨੂੰ ਪਹਿਲੇ ਰਾਫੇਲ ਸਕੁਐਡਰਨ ਦਾ ਕਮਾਂਡਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ? ਆਪ ਜੀ ਲਈ ਆਪਸ਼ਨਸ ਔਨ ਸਕਰੀਨ ਤੇ। ਏ ਗੁਰਜਿੰਦਰ ਸਿੰਘ, ਬੀ ਹਰਕੀਰਤ ਸਿੰਘ, ਸੀ ਬੇਅੰਤ ਸਿੰਘ ਜਾਂ ਡੀ ਮਨਦੀਪ ਸਿੰਘ। ਕਿਹੜਾ ਆਪਸ਼ਨ ਆਪ ਜੀ ਨੂੰ ਠੀਕ ਲੱਗਦਾ ਹੈ? ਬੜੇ ਧਿਆਨ ਨਾਲ ਸੋਚ ਕੇ ਆਪ ਜੀ ਨੇ ਅਗਰ ਠੀਕ ਜਵਾਬ ਨਾ ਦਿੱਤਾ ਤਾਂ ਆਪ ਜੀ ਟਾਈਟਲ ਤੋਂ ਵਾਂਝੇ ਰਹਿ ਜਾਓਗੇ। ਪਰ ਅਸੀਂ ਵਿਸ਼ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਪ ਜੀ ਜ਼ਰੂਰ ਅੱਜ ਇੱਥੋਂ ਟਾਈਟਲ ਵਿਨ ਕਰਕੇ ਜਾਓਗੇ। ਜਦੀਪ ਕੌਰ ਜੀ, ਸਮੇਂ ਦਾ ਆਪ ਜੀ ਨੇ ਖਿਆਲ ਰੱਖਣਾ ਹੈ ਤੇ ਛੇਤੀ ਦੇ ਨਾਲ ਜਵਾਬ ਦੇਣਾ ਹੈ। ਆਪ ਜੀ ਨੇ ਪੜ੍ਹਿਆ ਸੀ, ਇਹਦੇ ਬਾਰੇ ਯਾਦ ਆ ਰਿਹਾ ਕੁਝ? ਪਲੀਜ਼ ਰੀਕਲੈਕਟ ਯੋਰ ਮੈਮੋਰੀਜ਼ ਐਂਡ। सर ऑप्शन डी। सर ऑप्शन डी मनदीप सिंह। ਆਪਸ਼ਨ ਡੀ ਮਨਦੀਪ ਸਿੰਘ। ਅਸੀਂ ਛੇਤੀ ਦੇ ਨਾਲ ਲੌਕ ਕਰ ਰਹੇ ਹਾਂ ਆਪਸ਼ਨ ਡੀ ਨੂੰ। ਆਪਸ਼ਨ ਡੀ ਆਪ ਜੀ ਨੇ ਕਿੱਥੇ ਪੜਿਆ ਸੀ? ਇਹਦਾ ਜਵਾਬ ਆਪ ਜੀ ਦਾ ਗਲਤ ਹੋ ਗਿਆ ਹੈ। ਸਰ ਇਹਨਾਂ ਦੋਨਾਂ ਵਿੱਚ ਮੈਨੂੰ ਇੰਨਾ ਕਨਫਿਊਜ਼ਨ ਹੋ ਰਿਹਾ ਸੀ। ਆਪ ਜੀ ਨੂੰ ਕਨਫਿਊਜ਼ਨ ਹੋ ਰਿਹਾ ਸੀ ਬੀ ਔਰ ਡੀ ਦੇ ਵਿੱਚ। ਫਿਰ ਆਪ ਜੀ ਨੇ ਡੀ ਜਵਾਬ ਦੇ ਦਿੱਤਾ। ਐਨੀ ਹੋ, ਆਪ ਜੀ ਨੇ ਬਹੁਤ ਅੱਛਾ ਪਰਫਾਰਮ ਕੀਤਾ ਹੈ
ਪਰ ਆਪ ਜੀ ਤੋਂ ਟਾਈਟਲ ਨਹੀਂ ਵਿਨ ਕਰ ਸਕੇ। ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਲਈ ਮੈਂ ਰਿਕਵੈਸਟ ਕਰ ਰਿਹਾ ਹਾਂ ਸਰਦਾਰ ਅਮਰਜੀਤ ਸਿੰਘ ਜੀ ਰਹੇਜਾ ਗੁਰੂਗ੍ਰਾਮ ਤੋਂ, ਜਿਹੜੇ ਸਾਡੇ ਨਾਲ ਜੁੜ ਰਹੇ ਹਨ, ਤੇ ਨਾਲ ਹੀ ਸਾਡੇ ਟੀਮ ਦੇ ਮੈਂਬਰ ਸਰਦਾਰ ਤਰਨਪ੍ਰੀਤ ਸਿੰਘ ਜੀ, ਆਪ ਜੀ ਨੂੰ ਸਿਮਕੋ ਵੱਲੋਂ, ਵਾਈਬਰ ਟੀਵੀ ਵੱਲੋਂ ਔਰ ਫਰੈਬੋ ਵੱਲੋਂ ਗਿਫਟ ਟੈਂਪਰ ਔਰ ਕੈਸ਼ ਪ੍ਰਾਈਜ਼ ਦੇ ਰਹੇ ਹਨ। ਪਲੀਜ਼ ਐਕਸੈਪਟ। आओ बनिए गुरसिख प्यारा, आओ बनिए गुरसिख प्यारा, आओ बनी। ਸਾਡੇ ਅਗਲੇ ਕੰਟੈਸਟੈਂਟ ਹਨ ਮਨਦੀਪ ਸਿੰਘ ਜੀ, ਟਾਟਾ ਨਗਰ ਜਮਸ਼ੇਦਪੁਰ ਤੋਂ। ਅਸੀਂ ਜੀ ਆਇਆਂ ਕਹਿੰਦੇ ਹਾਂ ਮਨਦੀਪ ਸਿੰਘ ਜੀ ਨੂੰ। ਸਰਦਾਰ ਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा, वाहिगुरु जी की फतेह। मनदीप सिंह जी फ्रॉम जमशेदपुर झारखंड, प्रोफेशन सर्टिफाइड न्यूटनिस्ट कोच एंड जिम ट्रेनर। बचपन तो ही सिख मिशनरी ਦੇ एग्जाम ਤੇ ਗੁਰਮਤ ਕੈਂਪ ਅਟੈਂਡ ਕਰਦਾ ਰਿਹਾ ਹਾਂ ਤੇ ਮੈਂ ਇਸ ਪਲੇਟਫਾਰਮ ਤੇ ਸਿਲੈਕਸ਼ਨ ਟੈਸਟ ਪਾਸ ਕਰਕੇ ਆਇਆ ਹਾਂ। ਸਤਿਗੁਰ ਅੱਗੇ ਜੋਦੜੀ ਹੈ ਇਸ ਸ਼ੋਅ ਵਿੱਚ ਕਾਮਯਾਬੀ ਬਖਸ਼ਣ। ਬਹੁਤ ਵਧੀਆ ਜੀ। ਤੁਸੀਂ ਜਿਮ ਟ੍ਰੇਨਰ ਹੋ ਔਰ ਨਾਲ ਹੀ ਨਾਲ ਕੰਪੀਟੀਸ਼ਨਸ ਵਿੱਚ ਪਾਰਟਿਸਿਪੇਟ ਕਰਦੇ ਹੋ, ਇਹ ਬੜੀ ਅੱਛੀ ਗੱਲ ਹੈ। ਸੋ ਅਸੀਂ ਅੱਜ ਆਪ ਜੀ ਦੇ ਨਾਲ ਇਹ ਕੰਪੀਟੀਸ਼ਨ ਵੀ ਸ਼ੁਰੂ ਕਰਨੇ ਜਾ ਰਹੇ ਹਾਂ, ਜਿਹਦੇ ਵਿੱਚ 9 ਕੁਐਸਚਨਸ ਹੋਣਗੇ। ਫਸਟ ਲੈਵਲ ਤੇ ਆਪ ਜੀ ਪਾਸ ਲਾਈਫਲਾਈਨ ਐਕਸਪਰਟ ਐਡਵਾਈਸ ਦੀ, ਜਿਹੜੀ ਆਪ ਜੀ ਕੈਰੀ ਕਰ ਸਕਦੇ ਹੋ ਸੈਕੰਡ ਲੈਵਲ ਤੇ, ਔਰ ਨੈਕਸਟ ਲੈਵਲ ਤੇ ਇੱਕ ਹੋਰ ਲਾਈਫਲਾਈਨ 50-50 ਦੀ ਓਪਨ ਹੋ ਜਾਏਗੀ ਆਪ ਜੀ ਲਈ। ਸੋ ਇਫ ਯੂ ਆਰ ਕੰਫਰਟੇਬਲ ਵੀ ਕੈਨ ਸਟਾਰਟ ਵਿਦ ਅ ਗੇਮ। ਯੈਸ, ਗੁੱਡ। ਸੋ ਪਹਿਲਾ ਕੁਐਸਚਨ ਹੁਣ ਆਪ ਜੀ ਲਈ, ਆਪ ਜੀ ਦੀ ਸਕਰੀਨ ਤੇ। ਭਾਈ ਮਰਦਾਨਾ ਜੀ ਕਿਹੜਾ ਸਾਜ਼ ਵਜਾਉਂਦੇ ਸਨ? ਵਿਚ ਇਨਸਟਰੂਮੈਂਟ ਡਿਡ ਭਾਈ ਮਰਦਾਨਾ ਜੀ ਯੂਜ਼ ਟੂ ਪਲੇ? ਆਪ ਜੀ ਦੇ ਆਪਸ਼ਨਸ ਏ ਵੀਨਾ, ਬੀ ਹਾਰਮੋਨੀਅਮ, ਸੀ ਸਿਤਾਰ ਜਾਂ ਡੀ ਰਬਾਬ। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਡੀ ਰਬਾਬ ਨਾਲ ਜਾਣਾ ਚਾਹੂੰਗਾ। ਡੀ ਰਬਾਬ, ਇਸ ਆਪਸ਼ਨ ਨੂੰ ਲੌਕ ਕਰੀਏ ਜੀ? ਹਾਂਜੀ, ਬਿਲਕੁਲ ਲੌਕ ਕਰੋ। ਬਹੁਤ ਵਧੀਆ ਜੀ, ਡੀ ਆਪਸ਼ਨ ਨੂੰ ਲੌਕ ਕਰਦੇ ਹਾਂ ਤੇ ਦੇਖਦੇ ਹਾਂ ਕਿ ਕੰਪਿਊਟਰ ਜੀ ਆਪ ਜੀ ਦੇ ਇਸ ਜਵਾਬ ਨਾਲ ਸਹਿਮਤ ਹਨ ਕਿ ਨਹੀਂ। ਐਂਡ ਇਟਸ ਕਰੈਕਟ, ਬਿਲਕੁਲ ਠੀਕ ਹੈ ਜੀ। ਭਾਈ ਮਰਦਾਨਾ ਜੀ, ਸਿੱਖ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਉਹ ਰਬਾਬ ਉਹਨਾਂ ਨੇ ਵਜਾਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਸੋ ਆਓ ਅਗਲਾ ਕੁਐਸਚਨ ਹੁਣ ਆਪ ਜੀ ਲਈ, ਆਪ ਜੀ ਦੀ ਸਕਰੀਨ ਤੇ। ਗੁਰੂ ਅੰਗਦ ਸਾਹਿਬ ਜੀ ਦਾ ਵਿਆਹ ਕਦੋਂ ਹੋਇਆ ਸੀ? ਵੈਨ ਵਾਜ਼ ਗੁਰੂ ਅੰਗਦ ਸਾਹਿਬ ਜੀ ਮੈਰਿਡ? ਆਪਸ਼ਨਸ A 1519, B 1539, C 1504 ਜਾਂ D 1505। 1519, 1539, 1504 ਜਾਂ 1505। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਆਪਸ਼ਨ ਏ ਨਾਲ ਜਾਊਂਗਾ, 1519। 1519 ਆਪ ਜੀ ਕਹਿਣਾ ਚਾਹੁੰਦੇ ਹੋ? ਇਹ ਆਪਸ਼ਨ ਠੀਕ ਹੈ ਜੀ। ਆਪ ਜੀ ਬੜੇ ਕੌਨਫੀਡੈਂਟ ਲੱਗ ਰਹੇ ਹੋ, ਸਾਨੂੰ ਖੁਸ਼ੀ ਹੈ ਕਿ ਅਸੀਂ ਦੇਖਦੇ ਹਾਂ 1519 ਨੂੰ ਲੌਕ ਕਰਕੇ। ਇਹ ਆਪਸ਼ਨ ਨੂੰ ਲੌਕ ਕੀਤਾ ਔਰ ਮਨਦੀਪ ਸਿੰਘ ਜੀ ਦਾ ਕੌਨਫੀਡੈਂਸ ਜਿਹੜਾ ਉਹ ਪ੍ਰੂਵ ਹੋ ਗਿਆ ਹੈ ਐਂਡ ਇਹ ਜਵਾਬ ਠੀਕ ਹੋਣੇ ਤੇ ਪ੍ਰੋਸੀਡ ਕਰ ਗਏ ਮਨਦੀਪ ਸਿੰਘ ਜੀ। ਕੁਐਸਚਨ ਨੰਬਰ 3 ਵਾ ਆਡੀਓ ਕੁਐਸਚਨ ਮਨਦੀਪ ਸਿੰਘ ਜੀ ਹੁਣ ਆਪ ਜੀ ਲਈ ਸਕਰੀਨ ਤੇ। ਗੁਰਬਾਣੀ ਦੀ ਤੁਕ ਭਗਤ ਕਬੀਰ ਜੀ ਦੇ ਸ਼ਲੋਕਾਂ ਚੋਂ ਆਪ ਜੀ ਨੇ ਪਹਿਲੀ ਤੁਕ ਸੁਣਨੀ ਹੈ ਤੇ ਦੂਜੀ ਤੁਕ ਸਾਨੂੰ ਦੱਸਣੀ ਹੈ। ਲਓ ਜੀ, ਇਹ ਆਡੀਓ ਕਲਿੱਪ ਪਲੇ ਕੀਤਾ ਜਾਵੇ। ਕਬੀਰ ਰਾਮ ਰਤਨ ਮੁਕ ਕੋਥਰੀ ਪਾਰਖ ਆਗੈ ਖੋਲ। ਕੋਈ ਆਏ ਮਿਲੇ ਗੋ ਗਾਕੀ ਲੈ ਗੋ ਮਹਿੰਗੇ ਮੋਲ। ਆਪ ਜੀ ਨੇ ਕਬੀਰ ਜੀ ਦੀ ਸ਼ਲੋਕ ਦੀ ਤੁਕ ਪੂਰੀ ਕੀਤੀ ਹੈ ਤੇ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਔਰ ਇਹ ਬਿਲਕੁਲ ਠੀਕ ਜਵਾਬ ਹੈ। ਕੋਈ ਆਏ ਮਿਲੇ ਗੋ ਗਾਹਕੀ ਲੈ ਗੋ ਮਹਿੰਗੇ ਮੋਲ। 225ਵਾਂ ਨੰਬਰ ਸ਼ਲੋਕ ਸੀ ਕਬੀਰ ਜੀ ਦੇ ਸ਼ਲੋਕਾਂ ਚੋਂ। ਸੋ ਆਪ ਜੀ ਦਾ ਤੀਸਰਾ ਜਵਾਬ ਠੀਕ ਹੋਣ ਤੇ ਹੁਣ ਆਪ ਜੀ ਲਈ ਚੌਥਾ ਕੁਐਸਚਨ ਸਕਰੀਨ ਤੇ ਆ ਰਿਹਾ ਜੀ।
ਮਨਦੀਪ ਸਿੰਘ ਜੀ ਆਪ ਜੀ ਦਾ ਤੀਸਰਾ ਜਵਾਬ ਬਿਲਕੁਲ ਠੀਕ ਹੋ ਗਿਆ ਹੈ, ਪਰ ਚੌਥਾ ਕੁਐਸਚਨ ਅਸੀਂ ਆਪ ਜੀ ਨੂੰ ਅੱਜ ਪੇਸ਼ ਨਹੀਂ ਕਰ ਸਕਾਂਗੇ ਕਿਉਂਕਿ ਸਾਡੇ ਸ਼ੋਅ ਦਾ ਸਮਾਂ ਅੱਜ ਇੱਥੇ ਹੀ ਸਮਾਪਤ ਹੋ ਗਿਆ ਹੈ। ਅਗਲੇ ਹਫਤੇ ਆਪ ਜੀ ਸਾਡੇ ਰੋਲ ਓਵਰ ਕੰਟੈਸਟੈਂਟ ਹੋਵੋਗੇ। ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਥੇ ਇਜਾਜ਼ਤ ਲਵਾਂਗੇ ਇਸ ਉਮੀਦ ਨਾਲ ਕਿ ਅਗਲੇ ਹਫਤੇ ਉਹ ਇसी ਚੈਨਲ ਤੇ ਇसी ਸਮੇਂ ਸਰਦਾਰ ਮਨਦੀਪ ਸਿੰਘ ਜੀ ਦੀ ਅਗਲੀ ਪਰਫਾਰਮੈਂਸ ਨੂੰ ਜ਼ਰੂਰ ਵਾਚ ਕਰਨ। ਤਦ ਤੱਕ ਲਈ ਦਿਓ ਇਜਾਜ਼ਤ। ਸਾਡੇ ਅੱਜ ਤੱਕ ਦੇ ਸਾਰੇ ਐਪੀਸੋਡਸ YouTube ਤੇ ਅਵੇਲੇਬਲ ਹਨ। ਆਪ ਜੀ ਸਬਸਕ੍ਰਾਈਬ ਕਰਕੇ ਚੈਨਲ ਨੂੰ ਸ਼ੇਅਰ ਕਰਕੇ ਗੁਰਮਤਿ ਪ੍ਰਚਾਰ ਦੇ ਕੰਮ ਵਿੱਚ ਸਹਾਈ ਹੋ ਸਕਦੇ ਹੋ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।